ਵਲੌਗ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਆਪਣੀ ਯੂਕੇ ਦੀ ਵੀਜ਼ਾ ਸੀਰੀਜ਼ ਚੱਲ ਰਹੀ ਹੈ। ਪਿਛਲੇ ਵਲੌਗ 'ਚ ਆਪਾਂ ਯੂਕੇ ਦਾ ਵੀਜ਼ਾ ਫਾਰਮ ਫਿਲ ਕੀਤਾ ਸੀ। ਉਹਦੇ ਵਿੱਚ ਆਪਾਂ ਦੇਖਿਆ ਸੀਗਾ ਕਿ ਸ਼ੁਰੂ ਤੋਂ ਲੈ ਕੇ ਜਿਹੜਾ ਫਾਰਮ 'ਚ ਈਮੇਲ ਰਜਿਸਟਰ ਕਿਵੇਂ ਕਰਨੀ ਹੈ, ਉਹ ਤੋਂ ਲੈ ਕੇ ਪੇ ਤੱਕ, ਪੇ ਉਸ ਦੇ ਵਿੱਚ ਆਪਾਂ ਨਹੀਂ ਕੀਤਾ ਸੀਗਾ। ਅੱਜ ਦੇ ਇਸ ਵਲੌਗ ਦੇ ਵਿੱਚ ਆਪਾਂ ਯੂਕੇ ਦੀ ਜਿਹੜੀ ਵੀਜ਼ਾ ਐਮਬੈਸੀ ਦੀ ਜਿਹੜੀ ਵੀਜ਼ਾ ਫੀਸ ਹੈ ਉਹ ਪੇ ਕਰਾਂਗੇ। ਉੱਥੋਂ ਲੈ ਕੇ ਫਿਰ VFS ਲਈ ਮਤਲਬ ਕਿਵੇਂ ਅਪਾਇੰਟਮੈਂਟ ਬੁੱਕ ਹੁੰਦੀ ਹੈ ਉਹ ਦੇਖਾਂਗੇ। ਉਸ ਤੋਂ ਇਲਾਵਾ ਫਾਈਲ ਕਿਵੇਂ ਪ੍ਰਿਪੇਅਰ ਕਰਨੀ ਹੈ, ਫਾਈਲ 'ਚ ਕਿਹੜੇ ਕਿਹੜੇ ਡਾਕੂਮੈਂਟ ਹੁੰਦੇ ਆ, ਫਾਈਲ ਕਿਹਨੂੰ ਕਹਿੰਦੇ ਆ, ਜੇ ਤੁਸੀਂ ਕਿਸਾਨ ਹੋ ਤਾਂ ਤੁਹਾਨੂੰ ਕਿਹੜੇ ਕਾਗਜ਼ਾਂ ਦੀ ਜ਼ਰੂਰਤ ਹੈ, ਜੇ ਤੁਸੀਂ ਮਤਲਬ ਬਿਜ਼ਨਸਮੈਨ ਹੋ ਕਿਹੜੇ ਕਾਗਜ਼ਾਂ ਦੀ ਜ਼ਰੂਰਤ ਹੈ, ਜੇ ਤੁਸੀਂ ਸਟੂਡੈਂਟ ਹੋ ਤਾਂ ਕਿਹੜੇ ਕਾਗਜ਼ਾਂ ਦੀ ਜ਼ਰੂਰਤ ਹੈ, ਜੇ ਤੁਸੀਂ EMPLOYE ਹੋ ਤਾਂ ਤੁਹਾਨੂੰ ਕੀ ਕੁਝ ਚਾਹੀਦਾ। ਆਪਾਂ ਇਹ ਸਾਰਾ ਕੁਝ ਇਸ ਵਲੌਗ ਦੇ ਵਿੱਚ ਡਿਸਕਸ ਕਰਾਂਗੇ। ਤੇ ਅਗਲੇ ਵਲੌਗ ਦੇ ਵਿੱਚ ਇਸ ਤੋਂ ਜਿਹੜਾ ਤੀਜਾ ਪਾਰਟ ਆਊਗਾ, ਇਸ ਤੋਂ ਅਗਲਾ, ਉਹਦੇ ਵਿੱਚ ਆਪਾਂ ਜਾਵਾਂਗੇ VFS ਸੈਂਟਰ। VFS ਸੈਂਟਰ ਉਹ ਨੇ, ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ, ਯੂਕੇ ਦੀ ਜਿਹੜੀ ਅੰਬੈਸੀ ਆ ਉਹ ਸਿੱਧੀ ਡਾਇਰੈਕਟਲੀ ਫਾਈਲ ਨਹੀਂ ਫੜਦੀ। ਉਹਨਾਂ ਨੇ VFS ਸੈਂਟਰ ਬਣਾਏ ਹੋਏ ਨੇ, ਜਿਵੇਂ ਕਿ ਅੰਮ੍ਰਿਤਸਰ ਹੈ, ਜਲੰਧਰ ਹੈ, ਚੰਡੀਗੜ੍ਹ ਹੈ। ਮਾਝੇ ਤੇ ਦੁਆਬੇ ਨੂੰ ਜਲੰਧਰ ਤੇ ਅੰਮ੍ਰਿਤਸਰ ਪੈਂਦੇ ਆ, ਮਾਲਵੇ ਨੂੰ ਆਪਾਂ ਨੂੰ ਚੰਡੀਗੜ੍ਹ ਪੈਂਦਾ। ਆਪਾਂ ਹਮੇਸ਼ਾ ਚੰਡੀਗੜ੍ਹ ਹੀ ਪ੍ਰੈਫਰ ਕਰਦੇ ਹਾਂ ਤੇ ਆਪਾਂ ਚੰਡੀਗੜ੍ਹ ਦੀ ਅਪਾਇੰਟਮੈਂਟ ਵੀ ਬੁੱਕ ਕਰਾਂਗੇ। ਸੋ ਦੇਖਦੇ ਰਹੋ ਤੁਸੀਂ ਅੱਜ ਦਾ ਵਲੌਗ। ਇਹ ਸਾਰੀਆਂ ਚੀਜ਼ਾਂ ਡਿਸਕਸ ਕਰਦੇ ਹਾਂ ਤੇ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਫੀਸ ਤੋਂ, ਜਿੱਥੇ ਕੱਲ ਆਪਾਂ ਖਤਮ ਕੀਤਾ ਸੀ ਕਿ ਫੀਸ ਕਿਵੇਂ ਪੇ ਕਰਨੀ ਹੈ। ਫੀਸ ਪੇ ਕਰਨ ਲਈ ਆਪਣੇ ਕੋਲੇ ਕ੍ਰੈਡਿਟ ਕਾਰਡ ਹੋਣਾ ਜ਼ਰੂਰੀ ਹੈ, ਉਹ ਮਸਟ ਹੈ। ਕ੍ਰੈਡਿਟ ਕਾਰਡ ਤੋਂ ਬਿਨਾਂ ਤੁਸੀਂ ਫੀਸ ਨਹੀਂ ਪੇ ਕਰ ਸਕਦੇ। ਉਹ ਭਾਵੇਂ ਤੁਸੀਂ ਕਿਸੇ ਦਾ ਯਾਰ ਬੇਲੀ ਦਾ, ਰਿਸ਼ਤੇਦਾਰ ਦਾ ਜਾਂ ਕਿਸੇ ਦਾ ਵੀ ਲੈ ਸਕਦੇ ਹੋ। ਜਿਵੇਂ HDFC ਬੈਂਕ ਦਾ ਮੇਰੇ ਕੋਲੇ, ਆਪਾਂ HDFC ਦੇ ਬੈਂਕ ਤੋਂ ਕਰਾਂਗੇ। ਬਾਕੀ ਦਾ ਪੇਮੈਂਟ ਮੈਥਡ ਸੇਮ ਹੀ ਹੁੰਦਾ ਆਲਮੋਸਟ, ਭਾਵੇਂ SBI ਦਾ ਲਾ ਲਓ, ਭਾਵੇਂ ਕਿਸੇ ਦਾ ਲਾ ਲਓ। ਤੇ ਇੱਥੇ ਆ ਗਈ ਸੇਵ ਐਂਡ ਕੰਟੀਨਿਊ। ਅੱਗੇ ਆ ਜਾਊਗਾ ਵੀਜ਼ਾ, ਮਾਸਟਰ ਕਾਰਡ, ਅਮਰੀਕਨ ਐਕਸਪ੍ਰੈਸ। ਤੁਹਾਡੇ ਕੋਲ ਕਿਹੜਾ ਕਾਰਡ ਹੈ? ਵੀਜ਼ਾ ਕਾਰਡ ਹੈ ਆਪਣੇ ਕੋਲੇ, ਆਪਾਂ ਵੀਜ਼ਾ ਕਾਰਡ ਕਰਾਂਗੇ। ਤੇ ਇੱਥੇ ਆਪਾਂ ਨੂੰ ਇੱਕ ਵਾਰਨਿੰਗ ਆ ਗਈ ਐਂਡ ਤੇ, ਇਹ ਕਹਿੰਦੇ ਵੀ ਬਿਫੋਰ ਯੂ ਕੰਟੀਨਿਊ ਕਰਨ ਤੋਂ ਪਹਿਲਾਂ ਤੁਸੀਂ ਇਹ ਆਪਣਾ ਸਾਰਾ ਬਾਇਓਡਾਟਾ ਜਿਹੜਾ ਪਿੱਛੇ ਭਰ ਕੇ ਆਏ ਹੋ ਚੈੱਕ ਕਰਿਓ ਇੱਕ ਵਾਰ। ਕਿਉਂਕਿ ਇਹਦੇ 'ਚ ਇਹ ਸੀਗਾ, ਜਿਵੇਂ ਹੁਣ ਤੁਸੀਂ ਸਟਾਰਟ ਐਪਲੀਕੇਸ਼ਨ, ਹਜੇ ਵੀ ਤੁਹਾਡੇ ਕੋਲੇ ਮੌਕਾ, ਤੁਸੀਂ ਇੱਥੇ ਚੈੱਕ ਕਰ ਸਕਦੇ ਹੋ ਲਾਸਟ ਟਾਈਮ, ਜੇ ਤੁਹਾਨੂੰ ਲੱਗਦਾ ਕੋਈ ਮਿਸਟੇਕ ਕੀਤੀ ਹੈ ਮੈਂ ਇੱਥੇ, ਜਾਂ ਇੱਥੇ ਕੀਤੀ ਹੈ, ਜਾਂ ਇੱਥੇ ਕੀਤੀ ਹੈ। ਇਸ ਤੋਂ ਬਿਨਾਂ ਤੁਹਾਡੇ ਕੋਲੇ ਕੋਈ ਰਾਹ ਨਹੀਂ ਬਚਣਾ, ਕਿਉਂਕਿ ਇੱਥੇ ਫੀਸ ਪੇ ਹੋ ਜਾਣੀ ਹੈ, ਬਾਅਦ 'ਚੋਂ ਉਹ ਰਿਫੰਡ ਵੀ ਨਹੀਂ ਹੋਣੀ। ਰਿਫੰਡ ਹੋ ਜਾਂਦੀ ਹੈ ਬਟ ਉਹਦੇ ਲਈ ਬਹੁਤ ਇੱਕ ਲੰਬਾ ਪ੍ਰੋਸੈਸ ਹੈ, ਠੀਕ ਹੈ। ਤੇ ਇੱਥੇ ਚੈੱਕ ਕਰ ਲਓ ਤੇ ਆਪਾਂ ਕੰਟੀਨਿਊ ਟੂ ਵਰਲਡ ਪੇ ਕਰ ਦਿੰਦੇ ਹਾਂ। ਇਹ ਆਪਣੀਆਂ ਕਾਰਡ ਦੀਆਂ ਡਿਟੇਲਸ ਮੰਗ ਲਈਆਂ ਅੱਗੇ ਇਹਨੇ, ਕਾਰਡ ਨੰਬਰ ਭਰਾਂਗੇ ਕੀ ਹੈ, ਤੇ ਇਸ ਤੋਂ ਬਾਅਦ 'ਚ ਆਪਾਂ ਕਰਨਾ ਹੈਗਾ ਮੇਕ ਪੇਮੈਂਟ, ਠੀਕ ਹੈ। ਪੇਮੈਂਟ ਦੇ ਲਈ ਜਾਣਾ ਹੈ। ਹੁਣ ਕੋਈ ਵਿੰਡੋ ਤੁਸੀਂ ਕਲੋਜ਼ ਨਹੀਂ ਕਰਨੀ, ਕੋਈ ਵਿੰਡੋ ਬੰਦ ਨਹੀਂ ਕਰਨੀ, ਕਿਉਂਕਿ ਜੇ ਤੁਸੀਂ ਵਿੰਡੋ ਇੱਥੋਂ ਬੰਦ ਕਰ ਦਿੱਤੀ ਤਾਂ ਤੁਹਾਡੀ ਜਿਹੜੀ ਫੀਸ ਹੈ ਐ ਨਹੀਂ ਪਤਾ ਵਿਚਾਲੇ ਅਟਕ ਜੇ, ਇੱਕ ਵਾਰ ਵਿਚਾਲੇ ਤੁਹਾਡੀ ਮਤਲਬ ਫਸ ਗਈ ਤਾਂ ਮੁੜਨੀ ਬਹੁਤ ਮੁਸ਼ਕਿਲ ਹੈ। ਤੁਹਾਡਾ ਨੈਟਵਰਕ ਚੰਗਾ ਹੋਣਾ ਚਾਹੀਦਾ, ਤੁਹਾਡੇ ਕੋਲ ਵਾਈਫਾਈ ਹੋਣਾ ਚਾਹੀਦਾ, ਜਾਂ ਮਤਲਬ ਵਧੀਆ ਨੈਟਵਰਕ ਹੋਣਾ ਚਾਹੀਦਾ ਜਿਹਦੇ ਤੇ ਤੁਸੀਂ ਮਤਲਬ ਫੀਸ ਪੇ ਕਰ ਸਕੋ ਆਪਣੀ। OTP ਹੁਣ ਆਪਾਂ ਸਬਮਿਟ ਕਰ ਦਿੰਦੇ ਇੱਥੇ। ਇਹ ਅੱਗੇ ਆਪਾਂ ਨੂੰ ਆ ਗਿਆ ਫਰਦਰ ਐਕਸ਼ਨਸ ਆ ਗਏ। ਫਰਦਰ ਐਕਸ਼ਨ ਦੇ ਵਿੱਚ ਆਪਾਂ ਨੂੰ ਫੀਸ ਆਪਣੀ ਪੇ ਹੋ ਚੁੱਕੀ ਹੈ ਤੇ ਪੇਮੈਂਟ ਸਕਸੈਸਫੁਲ ਆ ਗਿਆ। ਆਪਣਾ ਰੈਫਰੈਂਸ ਨੰਬਰ ਹੈ, ਠੀਕ ਹੈ, ਤੇ ਫੀਸ ਪੇ ਕੀਤੀ ਆਪਾਂ। ਤੇ ਇਹ ਤੋਂ ਬਾਅਦ ਪ੍ਰਿੰਟ ਦਾ ਕਨਫਰਮੇਸ਼ਨ, ਇਹ ਤੋਂ ਬਾਅਦ ਆਪਾਂ ਪ੍ਰਿੰਟ ਦਾ ਕਨਫਰਮੇਸ਼ਨ ਲੈ ਲੈਣਾ। ਤੇ ਜਾਂ ਆਪਾਂ ਜਿਹੜੇ ਸੇਵ ਐਂਡ ਕੰਟੀਨਿਊ ਫਾਈਨਲ ਟਾਸਕ, ਜਿਹੜੀ ਆਪਣੀ ਅਪਾਇੰਟਮੈਂਟ ਬੁੱਕ ਹੋਣੀ ਹੈ VFS ਜਾਣ ਲਈ, ਤਾਂ ਉਹ ਅਪਾਇੰਟਮੈਂਟ ਇੱਥੋਂ ਬੁੱਕ ਹੋਣੀ ਹੈ। ਹੁਣ ਆਪਾਂ ਅਪਾਇੰਟਮੈਂਟ ਬੁੱਕ ਕਰਾਂਗੇ ਤੇ ਇਹਨੂੰ ਪਹਿਲਾਂ ਪ੍ਰਿੰਟ ਕਰ ਲਓ ਤੁਸੀਂ। ਜਿਹੜਾ ਵੈਸੇ ਈਮੇਲ ਵੀ ਕਰ ਦਿੰਦੇ ਆ ਨਾਲ ਦੀ ਨਾਲ, ਮੈਨੂੰ ਈਮੇਲ ਆ ਗਈ ਹੋਣੀ ਤੇ ਬਟ ਮੈਂ ਮਤਲਬ ਸੇਵ ਵੀ ਕਰ ਲੈਣਾ ਇੱਕ ਵਾਰ। ਇਹ ਆਪਣੇ ਕੋਲ ਡਿਟੇਲ ਆ ਗਈ ਕਿ ਆਪਾਂ ਫੀਸ ਪੇ ਕੀਤੀ ਹੈ ਇਹਨਾਂ ਨੂੰ ਇੰਨੀ, ਤੇ ਇੱਕ ਪ੍ਰੂਫ ਆ ਗਿਆ। ਤੇ ਸੇਵ ਐਂਡ ਕੰਟੀਨਿਊ ਫਾਈਨਲ ਟਾਸਕ, ਫਾਈਨਲ ਟਾਸਕ ਦੇ ਲਈ ਹੁਣ ਆਪਾਂ ਜਾਵਾਂਗੇ ਤੇ ਹੁਣ ਆਪਾਂ ਡਾਕੂਮੈਂਟ ਚੈੱਕਲਿਸਟ ਡਾਊਨਲੋਡ ਕਰਾਂਗੇ। ਡਾਊਨਲੋਡ ਕਰਕੇ ਤੇ ਆਪਾਂ ਨੂੰ ਪਤਾ ਲੱਗੂਗਾ ਕਿ ਉਹਨਾਂ ਨੇ ਆਪਣੇ ਤੋਂ ਕੀ ਕੀ ਚੀਜ਼ਾਂ ਮੰਗੀਆਂ। ਜਿਹੜੇ ਡਾਕੂਮੈਂਟ ਅੰਬੈਸੀ ਨੂੰ ਚਾਹੀਦੇ ਹੁੰਦੇ ਆ, ਜਿਵੇਂ ਆਪਾਂ ਨੂੰ ਏਜੰਟ ਝੂਠੇ ਲਾਰੇ ਲਾਉਂਦੇ, ਆਪਾਂ ਨੂੰ ਬੋਲਦੇ ਕਿ ਆਹ ਚੀਜ਼ਾਂ ਚਾਹੀਦੀਆਂ, ਆਹ ਚੀਜ਼ਾਂ ਚਾਹੀਦੀਆਂ, ਉਹ ਕੁਝ ਵੀ ਨਹੀਂ ਚਾਹੀਦਾ ਹੁੰਦਾ ਐਵੇਂ ਦਾ। ਅੰਬੈਸੀ ਤੁਹਾਨੂੰ ਫਾਰਮ ਭਰਨ ਤੋਂ ਬਾਅਦ ਤੁਹਾਨੂੰ ਇੱਥੇ ਦੱਸ ਦਿੰਦੀ ਹੈ ਕਿ ਸਾਨੂੰ ਕੀ ਕੀ ਚਾਹੀਦਾ, ਉਹ ਤੁਸੀਂ ਮਤਲਬ ਉਹੀ ਚੀਜ਼ਾਂ ਦੇਣੀਆਂ ਹੁੰਦੀਆਂ ਨੇ ਉਹਨਾਂ ਨੂੰ। ਹੁਣ ਆਪਾਂ ਚੈੱਕ ਲਿਸਟ 'ਚ ਦੇਖਦੇ ਹਾਂ ਸਾਨੂੰ ਕੀ ਕੀ ਚੀਜ਼ਾਂ ਇਹਨਾਂ ਨੇ ਮੰਗੀਆਂ ਨੇ। ਦੇਖੋ ਇਹਨਾਂ ਨੇ ਮੰਗਿਆ ਆਪਾਂ ਨੂੰ ਐਵੀਡੈਂਸ ਆਫ ਫੰਡਸ ਮੰਗੇ ਆ। ਇੱਕ ਤਾਂ ਤੁਹਾਡੇ ਕੋਲ ਮਤਲਬ ਜਿਹੜਾ ਆਪਾਂ ਦਿੱਤਾ ਸੀਗਾ ਕਿ ਸਾਡੇ ਕੋਲੇ 1.5 ਲੱਖ ਜਾਂ 2 ਲੱਖ ਰੁਪਏ ਹੈ, ਉਹਦਾ ਐਵੀਡੈਂਸ ਪ੍ਰੂਫ ਦੇਣਾ, ਉਹਦਾ ਆਪਾਂ ਬੈਂਕ ਸਟੇਟਮੈਂਟ ਲੱਗ ਜਾਣੇ ਆ। ਐਵੀਡੈਂਸ ਆਫ ਅ ਸਪਾਂਸਰ, ਆਪਾਂ ਕਿਹਾ ਸੀ ਕਿ ਅਸੀਂ ਕਿਸੇ ਕੋਲੇ ਜਾਣਾ, ਉੱਥੇ ਰਹਿਣਾ ਹੈਗਾ, ਤੇ ਉਹਦੇ ਲਈ ਸਪਾਂਸਰ ਲੱਗ ਜਾਣੀ ਹੈ। ਤੇ ਐਵੀਡੈਂਸ ਆਫ ਰਿਲੇਸ਼ਨਸ਼ਿਪ, ਤੁਹਾਡਾ ਰਿਲੇਸ਼ਨ ਕੀ ਉਹਦੇ ਨਾਲ, ਉਹਦਾ ਪ੍ਰੂਫ ਲੱਗ ਜਾਣਾ। ਜੇ ਨਹੀਂ ਹੈਗਾ ਤਾਂ ਨੋ ਲਿਖ ਦਿਓ, ਕੋਈ ਇਸ਼ੂ ਨਹੀਂ ਹੈਗਾ। ਤੁਸੀਂ ਕਿਹਦੇ ਲਈ ਵਿਜ਼ਿਟ ਕਰਨ ਜਾ ਰਹੇ ਹੋ, ਫੈਮਿਲੀ ਫਰੈਂਡਸ ਲਈ, ਯੈਸ ਕਰੋ, ਨੋ ਕਰੋ, ਠੀਕ ਹੈ। ਜੋ ਵੀ ਹੈਗਾ ਤੁਸੀਂ ਆਪਣੇ ਹਿਸਾਬ ਨਾਲ ਕਰ ਦੇਣਾ। ਤੇ ਇਹ ਆ ਗਿਆ, ਇੱਥੇ ਆ ਗਿਆ ਨੇਮ ਆਫ ਦੀ ਡਿਸਕ੍ਰਿਪਸ਼ਨ, ਡਾਕੂਮੈਂਟ ਤੁਹਾਡੇ ਕੋਲ ਕੀ ਕੀ ਚੀਜ਼ਾਂ ਹੈਗੀਆਂ ਕੀ ਨਹੀਂ ਹੈਗੀਆਂ, ਮਤਲਬ ਉਹ ਲਾ ਦੇਣੀ ਇੱਥੇ, ਭਰ ਦੇਣੀ ਹੈ ਕਿ ਆਹ ਮੈਂ ਦਿੱਤਾ, ਆਹ ਮੈਂ ਨਹੀਂ ਦਿੱਤਾ, ਠੀਕ ਹੈ। ਇਸ ਤੋਂ ਬਾਅਦ ਪ੍ਰੋਵਾਈਡ ਡਾਕੂਮੈਂਟਸ ਐਂਡ ਬਾਇਓਮੈਟ੍ਰਿਕਸ ਆ ਗਿਆ, ਤੇ ਇਹਦੇ ਲਈ ਆਪਾਂ ਜਾਂ ਕਰਾਂਗੇ ਕੰਟੀਨਿਊ ਇੱਥੇ।
ਇਹ 'ਚ ਕਦੇ ਵੀ ਤੁਸੀਂ ਬੰਦ ਨਹੀਂ ਕਰਨਾ ਜਦੋਂ ਮਤਲਬ ਚੱਲਦਾ ਹੋਵੇ ਇਹ, ਠੀਕ ਹੈ। ਆਪਾਂ ਇੱਥੇ ਅਪਾਰਟਮੈਂਟ ਲੈਣੀ ਹੈ ਹੁਣ, ਠੀਕ ਹੈ, ਤੇ ਸਿਲੈਕਟ ਯੂਅਰ ਸੈਂਟਰ। ਆਪਣੇ ਕੋਲ ਇਹ ਆ ਗਏ VFS ਦੀ ਮਤਲਬ ਯੂਕੇ ਐम्बेसियां ਦੀ ਲਿਸਟ ਆ ਗਈ ਕਿ ਕਿੱਥੇ ਕਿੱਥੇ ਤੁਸੀਂ ਜਾਣਾ, ਜਿਹੜਾ ਤੁਹਾਨੂੰ ਏਰੀਆ ਪੈਂਦਾ ਹੈ। ਕੋਚੀਨ ਮਤਲਬ ਚੰਡੀਗੜ੍ਹ ਪੈਂਦਾ, ਚੇਨਈ ਪੈਂਦਾ, ਆਪਾਂ ਨੂੰ ਸਭ ਤੋਂ ਨੇੜੇ ਪੰਜਾਬ ਦੇ ਪਊਗਾ ਚੰਡੀਗੜ੍ਹ, ਤੇ ਆਪਾਂ ਚੰਡੀਗੜ੍ਹ ਸਿਲੈਕਟ ਕਰ ਲੈਣਾ। ਸਟੈਂਡਰਡ ਵੀਜ਼ਾ, ਇਹ ਸਟੈਂਡਰਡ ਵੀਜ਼ਾ ਲੈਣਾ, ਪ੍ਰਾਇਓਰਟੀ ਵੀਜ਼ਾ ਲੈਣਾ, ਸੁਪਰ ਪ੍ਰਾਇਓਰਟੀ ਲੈਣਾ। ਇਹਦੀ ਫੀਸ ਵੱਧ ਹੁੰਦੀ ਹੈ ਪ੍ਰਾਇਓਰਟੀ ਸੁਪਰ ਪ੍ਰਾਇਓਰਟੀ ਦੀ, ਆਪਾਂ ਸਟੈਂਡਰਡ ਹੀ ਲਵਾਂ। ਸਟੈਂਡਰਡ 2 ਹਫ਼ਤੇ ਦੇ ਵਿੱਚ ਆ ਜਾਂਦਾ, ਤੁਹਾਨੂੰ ਕਾਹਲੀ ਕਰਨ ਦੀ ਲੋੜ ਨਹੀਂ, ਕੋਈ ਜਲਦਬਾਜ਼ੀ ਕਰਨ ਦੀ ਲੋੜ ਨਹੀਂ, ਤੇ 2 ਹਫ਼ਤੇ ਦੇ ਵਿੱਚ ਨਾਰਮਲ ਮਿਲ ਜਾਂਦਾ ਇਹ। ਆਪਾਂ ਕੰਟੀਨਿਊ ਕਰਾਂਗੇ ਸਟੈਂਡਰਡ ਵੀਜ਼ਾ। ਬੁੱਕ ਐਂਡ ਅਪਾਰਟਮੈਂਟ, ਸਲੋਟ ਬੁੱਕ ਕਰਨਾ ਵੀ ਤੁਸੀਂ ਕਦੋਂ ਦੀ ਅਪਾਰਟਮੈਂਟ ਲੈਣੀ ਹੈ, ਠੀਕ ਹੈ। ਆਪਣੇ ਕੋਲ 18 ਦੀ ਅਵੇਲੇਬਲ ਹੈ, 19 ਦੀ ਅਵੇਲੇਬਲ ਹੈ, ਮਤਲਬ 10 ਕੁ ਦਿਨ ਦੀ ਤੁਹਾਨੂੰ VFS ਦੇ ਦਿੰਦਾ ਅਪਾਰਟਮੈਂਟ। 10 ਕੁ ਦਿਨ ਪਹਿਲਾਂ ਤੁਹਾਨੂੰ ਅਪਲਾਈ ਕਰ ਲੈਣਾ ਚਾਹੀਦਾ ਜਿੱਦਣ ਤੁਸੀਂ ਚਾਹੁੰਦੇ ਹੋ। 11 ਦੀ ਵੀ ਪਈ ਹੈ, ਤੇ 18 ਦੀ ਪਈ ਹੈ, 19 ਦੀ ਪਈ ਹੈ, 20 ਦੀ ਪਈ ਹੈ। ਜਿਹੜੀ ਆਪਾਂ ਨੂੰ ਡੇਟ ਸਹੀ ਲੱਗਦੀ ਆਪਾਂ ਲੈ ਲੈਣੀ ਹੈ ਇਹਨਾਂ 'ਚੋਂ, ਤੇ ਅਸੀਂ ਲੈਣ ਜਾ ਰਹੇ ਹਾਂ 20 ਤਰੀਕ, ਤੇ ਆਪਾਂ 20 ਸਿਲੈਕਟ ਕਰ ਲੈਣੀ ਹੈ। ਤੇ ਇਹ ਤੋਂ ਬਾਅਦ 'ਚ ਇਹ ਆਲ ਮਾਰਨਿੰਗ ਦੀ ਲੈਣੀ ਹੈ, ਈਵਨਿੰਗ ਦੀ ਲੈਣੀ ਹੈ, ਕਿਹੜੀ ਲੈਣੀ ਹੈ ਤੁਸੀਂ ਉਹ ਵੀ ਇੱਥੇ ਦੱਸ ਦੇਣਾ ਇਹਨਾਂ ਨੂੰ। ਆਪਾਂ ਨੂੰ ਮਾਰਨਿੰਗ ਦੀ ਚਾਹੀਦੀ ਹੈ, ਮਾਰਨਿੰਗ ਆਪਾਂ ਲੈ ਲਾਂਗੇ 9:45 ਦੀ, ਆਪਾਂ ਪਹੁੰਚ ਸਕਦੇ ਹਾਂ ਉਦੋਂ ਤੱਕ। ਫ੍ਰੀ ਹੈਗੀ 9:45 ਦੀ। ਜੇ ਕਈ ਵਾਰੀ ਕੋਈ ਪੇਡ ਹੁੰਦੀ ਹੈ ਉਹ ਤੁਸੀਂ ਰਹਿਣ ਦਿਓ, ਅਵੋਇਡ ਕਰਿਓ ਉਹਨਾਂ ਨੂੰ। ਤੇ ਅੱਗੇ ਕੰਟੀਨਿਊ। ਪੈਕੇਜ ਆ ਗਏ, ਤੁਸੀਂ ਕਿਹੜਾ ਕਿਹੜਾ ਪੈਕੇਜ ਲੈਣਾ, ਪ੍ਰੀਮੀਅਮ ਲੌਂਚ ਪੈਕੇਜ ਲੈਣਾ ਹੈ, ਡਿਜੀਟਲ ਐਪਲੀਕੇਸ਼ਨ ਸਬਮਿਸ਼ਨ ਦਾ ਲੈਣਾ, ਕਿਹੜਾ ਲੈਣਾ, ਠੀਕ ਹੈ। ਆਪਾਂ ਇਹਨੂੰ ਸਕਿਪ ਕਰਾਂਗੇ, ਇੱਦਾਂ ਹੀ ਕੰਟੀਨਿਊ ਕਰ ਦਿਓ ਇਹਨੂੰ। ਇਹ ਵੈਸੇ ਜ਼ਿਆਦਾ ਪੈਸੇ ਲੈਂਦੇ ਆ ਇੱਥੇ, ਠੀਕ ਹੈ। ਇਹਨੂੰ ਕੰਟੀਨਿਊ ਕਰ ਦਿਓ। ਅੱਗੇ ਰਿਵਿਊ ਐਂਡ ਪੇ ਆ ਗਿਆ, ਠੀਕ ਹੈ। ਆਈ ਐਕਸੈਪਟ ਟਰਮਸ ਐਂਡ ਕੰਡੀਸ਼ਨ ਕਰ ਦੇਣਾ, ਤੇ ਕਨਫਰਮ ਕਰ ਦੇਣਾ ਇੱਥੇ। ਨੇ ਲਿਖਿਆ ਥੈਂਕ ਯੂ ਫॉर ਬੁਕਿੰਗ ਅਪਾਰਟਮੈਂਟ, ਠੀਕ ਹੈ। ਸੈਲਫ ਅਪਲੋਡ ਆਪਾਂ ਆਪੇ ਅਪਲੋਡ ਕਰਾਂਗੇ। ਇਸ ਤੋਂ ਬਾਅਦ ਇੱਥੇ ਆਪਣੀ ਡਿਟੇਲ ਹੈਗੀ, ਤੇ ਇੰਡੀਆ, ਯੂਨਾਈਟਿਡ ਕਿੰਗਡਮ ਦੇ ਵੀਜ਼ੇ ਲਈ ਹੈਗੀ, ਠੀਕ ਹੈ। ਤੇ ਇਹ ਵੈਡਨਸਡੇ 9 ਮਤਲਬ 20 ਤਰੀਕ ਦੀ ਹੈ, 9:45 ਤੇ ਸਵੇਰੇ। ਤੇ ਜੇ ਤੁਹਾਨੂੰ ਲੱਗਦਾ ਕਿਤੇ ਇਹ ਵੀ ਮੈਥੋਂ ਅਪਾਰਟਮੈਂਟ ਗਲਤ ਲਈ ਗਈ, ਤਾਂ ਤੁਸੀਂ ਇਹਨੂੰ ਮੈਨੇਜ 'ਚ ਜਾ ਕੇ ਇਹਨੂੰ ਚੇਂਜ ਵੀ ਕਰ ਸਕਦੇ ਹੋ, ਇਹਦੀ ਡੇਟ ਚੇਂਜ ਕਰ ਸਕਦੇ ਹੋ। ਉਹ ਕਿਵੇਂ ਕਰ ਸਕਦੇ ਹੋ ਮੈਂ ਉਹ ਵੀ ਤੁਹਾਨੂੰ ਦੱਸ ਦਿੰਦਾ। ਜਾਂ ਜੇ ਤੁਹਾਨੂੰ ਕੋਈ ਕੰਮ ਹੈ, ਤੁਸੀਂ ਉੱਦਣ ਨਹੀਂ ਪਹੁੰਚ ਸਕਦੇ, ਤੁਹਾਨੂੰ ਮਤਲਬ ਬਿਮਾਰ ਹੋ ਗਏ ਜਾਂ ਕੁਛ ਵੀ ਹੋ ਗਿਆ, ਠੀਕ ਹੈ, ਤੁਸੀਂ ਨਹੀਂ ਪਹੁੰਚ ਸਕਦੇ, ਤਾਂ ਇਹਨੂੰ ਚੇਂਜ ਕਰ ਲਿਓ, ਕੋਈ ਇਸ਼ੂ ਨਹੀਂ ਹੈਗਾ, ਚੇਂਜ ਹੋ ਸਕਦੀ ਹੈ ਇਹ। ਤੇ ਇੱਥੇ ਆ ਜਾਊਗਾ, ਇੱਥੇ ਤੁਸੀਂ ਬੈਕ ਕਰ ਦਿਓ ਉਹਨੂੰ। ਬੈਕ ਕਰਕੇ ਤੁਸੀਂ ਆ ਜਾਣਾ ਇੱਥੇ ਮੈਨੇਜ ਅਪਾਰਟਮੈਂਟ, ਤੇ ਯੂਨਾਈਟਿਡ ਕਿੰਗਡਮ ਆ ਗਿਆ, ਠੀਕ ਹੈ। ਤੇ ਇਹਨੂੰ ਮੈਨੇਜ ਅਪਾਰਟਮੈਂਟ 'ਚ ਲੈ ਜਾਓ ਇਹਨੂੰ। ਮੈਨੇਜ ਅਪਾਰਟਮੈਂਟ ਡਿਟੇਲਸ ਆ ਗਿਆ, ਅਪਾਰਟਮੈਂਟ ਡਿਟੇਲਸ ਆ ਗਈ। ਤੇ ਇੱਥੇ ਆ ਗਿਆ ਕੈਂਸਲ ਅਪਾਰਟਮੈਂਟ, ਰੀਸੈਂਡ ਹੋ ਗਿਆ, ਪ੍ਰਿੰਟ ਹੋ ਗਿਆ, ਤੇ ਰੀਸ਼ਡਿਊਲ ਹੋ ਗਿਆ। ਆਪਾਂ ਰੀਸ਼ਡਿਊਲ ਕਰਨੀ ਤਾਂ ਰੀਸ਼ਡਿਊਲ ਕਰ ਲਓ ਇਹਨੂੰ। ਤੇ ਆਪਾਂ ਚੂਜ਼ ਇਹ ਸਲੋਟ, ਦੁਬਾਰਾ ਤੁਹਾਡੇ ਕੋਲ ਡੇਟਸ ਆ ਗਈਆਂ 18, 19, 20, 21, 22, ਜਿਹੜੀ ਤੁਹਾਨੂੰ ਚੰਗੀ ਲੱਗਦੀ ਤੁਸੀਂ ਉਹ ਡੇਟ ਦੁਬਾਰਾ ਲੈ ਸਕਦੇ ਹੋ, ਠੀਕ ਹੈ। ਜੇ ਤੁਸੀਂ 19 ਕਰਨੀ ਹੈ ਤਾਂ 19 ਕਰ ਲਓ, 20 ਰੱਖਣੀ ਹੈ ਤਾਂ 20 ਰੱਖ ਲਓ। ਫਿਲਹਾਲ ਆਪਣੀ ਡੇਟ ਠੀਕ ਹੈ, ਤੇ ਆਪਾਂ 20 ਰੱਖਾਂਗੇ। ਚਲੋ ਆਪਾਂ ਟਾਈਮ ਚੇਂਜ ਕਰ ਲੈਂਦੇ ਹਾਂ। ਸਪੋਜ਼ ਕਰੋ ਆਪਾਂ ਟਾਈਮ ਚੇਂਜ ਕਰਨਾ, ਆਪਾਂ ਆਫਟਰਨੂਨ ਦਾ ਕਰਨਾ ਚਾਹੁੰਦੇ ਹਾਂ, ਤਾਂ ਠੀਕ ਹੈ। ਇਹ 12 ਵਜੇ ਵੀ ਹੋ ਜਾਣੀ ਹੈ, 12:30 ਵੀ ਹੋ ਜਾਣੀ ਹੈ, 12:45 ਤੇ ਜਿੰਨੇ ਵਜੇ ਤੁਸੀਂ ਚਾਹੋ ਉਨੇ ਵਜੇ ਹੋ ਜਾਣੀ ਹੈ। ਜੇ ਆਪਾਂ ਸਪੋਜ਼ ਕਰੋ ਆਪਾਂ 12 ਵਜੇ ਕਰਨੀ ਚਾਹੁੰਦੇ ਹਾਂ, ਫ੍ਰੀ ਹੈ, ਠੀਕ ਹੈ। ਆਹ 3500 ਰੁਪਏ 'ਚ ਹੈਗੀ। ਇੱਧਰ ਦੇਖੋ, ਜਿਵੇਂ ਇਹ ਤੁਹਾਨੂੰ ਪਹਿਲਾਂ ਦੱਸਿਆ ਨਹੀਂ ਸੀਗਾ, ਤੇ ਆ ਫ੍ਰੀ ਆਪਣੀ 12 ਵਜੇ ਕਰਨੀ ਹੈ, ਆਪਾਂ 12 ਵਜੇ ਕਰ ਲਓ। 12 ਵਜੇ ਕਰਕੇ ਇਹਨੂੰ ਕੰਟੀਨਿਊ ਕਰ ਦਿਓ ਇਹਨੂੰ, ਠੀਕ ਹੈ। ਤੇ ਆਈ ਐਕਸੈਪਟ ਟਰਮਸ ਐਂਡ ਕੰਡੀਸ਼ਨਸ ਕਰ ਦਿਓ। ਇਹ ਆਪਾਂ 20 ਅਕਤੂਬਰ ਨੂੰ ਹੁਣ 12 ਵਜੇ ਹੋ ਗਈ, ਪਹਿਲਾਂ ਆਪਾਂ 9 ਵਜੇ ਲਈ ਸੀ, ਹੁਣ ਆਪਾਂ 12 ਵਜੇ ਦੀ ਕਰਨੀ ਹੈ, ਠੀਕ ਹੈ। 12 ਵਜੇ ਦੀ ਕਰ ਦਿਓ ਆਪਾਂ, ਠੀਕ ਹੈ। ਤੇ 12 ਵਜੇ ਦੀ ਹੋ ਗਈ। ਆਪਾਂ ਨੂੰ ਦੁਬਾਰੇ ਇਹਨਾਂ ਨੇ ਰੀਸ਼ਡਿਊਲ ਕਰਤੀ, ਦੇਖੋ ਅਪਾਰਟਮੈਂਟ ਡਿਟੇਲਸ 20 ਅਕਤੂਬਰ ਨੂੰ ਮਤਲਬ 2021 ਨੂੰ, ਤੇ 12 ਵਜੇ ਦੀ ਕਰਤੀ, ਫ੍ਰੀ ਹੈ ਵੀ। ਜੇ ਹਜੇ ਵੀ ਤੁਹਾਨੂੰ ਲੱਗਦਾ ਕਿ ਮੈਂ ਚੇਂਜ ਕਰਨੀ, ਤਾਂ ਰੀਸ਼ਡਿਊਲ ਦੁਬਾਰਾ ਭਾਵੇਂ 5 ਵਾਰੀ ਕਰੋ, 50 ਵਾਰੀ ਕਰੋ, ਤੁਸੀਂ ਦੁਬਾਰਾ ਕਰ ਸਕਦੇ ਹੋ। ਜਿਹੜੇ ਡਾਕੂਮੈਂਟ ਅਪਲੋਡ ਕਰਨੇ ਆ ਤੁਸੀਂ, ਉਹ ਇੱਥੇ ਅਪਲੋਡ ਹੋਣਗੇ। ਆ ਸੈਲਫ ਅਪਲੋਡ ਆ ਜਾਂਦਾ ਇੱਥੇ। ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਨਹੀਂ ਮਤਲਬ ਤੁਹਾਡੇ ਤੋਂ ਅਪਲੋਡ ਹੋ ਰਹੇ ਡਾਕੂਮੈਂਟ, ਤੁਸੀਂ VFS ਤੋਂ ਲੈ ਸਕਦੇ ਹੋ। VFS ਤੁਹਾਨੂੰ ਦੱਸਿਆ ਪਹਿਲਾਂ ਵੀ, ਜਿਵੇਂ 500-700 ਰੁਪਏ ਉਹਨਾਂ ਨੇ ਲੈਣਾ। ਜੇ ਤੁਸੀਂ ਅਪਲੋਡ ਕਰਨੇ ਆ ਤਾਂ ਇੱਥੇ ਅਪਲੋਡ ਫਾਈਲਸ ਕਰ ਦਿਓ। ਇੱਕ ਕੱਲੀ ਚੀਜ਼ ਆ ਜਾਂਦੀ ਇੱਥੇ, ਅਕੋਮੋਡੇਸ਼ਨ ਦਾ ਹੋ ਗਿਆ ਜਿਵੇਂ, ਠੀਕ ਹੈ। ਤਾਂ ਇੱਥੇ ਫਾਈਲ, ਇੱਥੇ ਚੂਜ਼ ਫਾਈਲ ਕਰੋ, ਤੁਹਾਡੇ ਲੈਪਟਾਪ 'ਚੋਂ ਅਪਲੋਡ ਹੋ ਜਾਣੀ ਹੈ। ਇਹਨਾਂ ਨੇ ਦੱਸਿਆ ਵੀ 5 MB ਦੀ ਹੋਣੀ ਚਾਹੀਦੀ ਹੈ ਵੱਧ ਤੋਂ ਵੱਧ ਫਾਈਲ। ਜਿਵੇਂ ਆ ਤੁਹਾਡਾ ਐਜੂਕੇਸ਼ਨਲ ਹੋ ਗਿਆ, ਫਾਈਨੈਂਸ਼ੀਅਲ ਹੋ ਗਿਆ, ਜਿਵੇਂ ਬੈਂਕ ਦੀ ਸਟੇਟਮੈਂਟ ਹੈ, ਇੱਥੇ ਅਪਲੋਡ ਕਰ ਦਿਓ, ਠੀਕ ਹੈ। ਸਾਰਾ ਕੁਝ ਇਹਨਾਂ ਨੇ ਦੱਸਿਆ ਹੋਇਆ। ਇੰਪਲੋਇਮੈਂਟ, ਜੇ ਤੁਸੀਂ ਜੌਬ ਕਰਦੇ ਹੋ, ਜਿਵੇਂ ਆਪਾਂ ਉੱਥੇ ਲਿਖਿਆ ਵੀ ਮੈਂ ਜੌਬ ਕਰਦਾ, ਤਾਂ ਤੁਸੀਂ ਇੱਥੇ ਅਪਲੋਡ ਕਰ ਦੇਣਾ। ਇੱਥੇ ਚੂਜ਼ ਫਾਈਲ 'ਚ ਚੱਕ ਕੇ ਇੱਥੋਂ ਕਰ ਦੇਣਾ। ਜੇ ਤੁਹਾਨੂੰ ਲੱਗਦਾ ਸਪਾਂਸਰ ਦਾ, ਜਿਹੜੀ ਤੁਹਾਨੂੰ ਸਪਾਂਸਰ ਆਈ ਹੈ ਬਾਹਰੋਂ, ਤਾਂ ਤੁਸੀਂ ਇੱਥੇ ਕਰ ਦੇਣਾ। ਤੇ
ਤੇ ਇਸ ਤੋਂ ਬਾਅਦ ਆਈ ਹੈਵ ਰੀਡ ਐਂਡ ਐਗਰੀ ਕਰ ਦੇਣਾ ਹੈਗਾ। ਐਡੀਸ਼ਨਲ ਡਾਕੂਮੈਂਟ ਜੇ ਤੁਹਾਨੂੰ ਲੱਗਦਾ ਕੋਈ ਹੋਰ ਵਾਧੂ ਕਾਗਜ਼ ਹੈ ਤੁਹਾਡੇ ਕੋਲੇ ਤਾਂ ਉਹ ਇੱਥੋਂ ਅਪਲੋਡ ਕਰ ਦਿਓ, ਚੂਜ਼ ਫਾਈਲ। ਹਰ ਇੱਕ ਦਾ ਮਤਲਬ ਇਹਨਾਂ ਨੇ ਵੱਖਰਾ ਵੱਖਰਾ ਦਿੱਤਾ ਹੋਇਆ, ਉੱਪਰ ਸਮਝਾਇਆ ਵੀ ਹੋਇਆ, ਜਿਵੇਂ ਫੰਡਸ ਅਵੇਲੇਬਲ ਐਵੀਡੈਂਸ ਤੁਹਾਡੇ ਕੋਲ ਕੀ ਹੈ ਐਵੀਡੈਂਸ ਆ ਤਾਂ ਇਹ ਚੀਜ਼ਾਂ। ਸਪਾਂਸਰ ਦਾ ਇਹਨਾਂ ਨੇ ਸਮਝਾਇਆ ਹੋਇਆ, ਸਪਾਂਸਰ 'ਚ ਆਹ ਚੀਜ਼ਾਂ ਚਾਹੀਦੀਆਂ। ਰਿਲੇਸ਼ਨਸ਼ਿਪ ਦਾ ਮਤਲਬ ਰਿਲੇਸ਼ਨਸ਼ਿਪ ਦਾ ਅਲੱਗ ਅਲੱਗ ਇਹਨਾਂ ਨੇ ਨਾ ਖਾਨੇ ਬਣਾਏ ਹੋਏ, ਸਿੱਧਾ ਤੁਹਾਨੂੰ ਦੇਸੀ ਭਾਸ਼ਾ 'ਚ ਦੱਸਾਂ ਤੇ ਖਾਨਿਆਂ 'ਚ ਆਪਾਂ ਅਲੱਗ ਅਲੱਗ ਫਾਈਲਾਂ ਦੇ ਵਿੱਚ ਮਾਰ ਕੇ ਇਸ ਤੋਂ ਬਾਅਦ ਆਪਾਂ ਆਈ ਹੈਵ ਰੀਡ ਐਗਰੀ ਕਰਕੇ ਤੇ ਇਹ ਤੋਂ ਸੇਵ ਐਂਡ ਅਪਲੋਡ ਕਰ ਦੇਣੀ ਹੈ। ਮੇਰੇ ਕੋਲੇ ਹਜੇ ਫਾਈਲਾਂ ਸੇਵ ਹੈ ਨਹੀਂ ਕਿ ਮੈਂ ਪੈਨ ਡਰਾਈਵ 'ਚ ਪਵਾ ਕੇ ਲਿਆਉਂਗਾ ਪ੍ਰੋਪਰ। ਮੈਂ ਦੁਕਾਨ ਤੋਂ ਪਹਿਲਾਂ ਸਕੈਨ ਕਰਾਉਂਗਾ, ਸਕੈਨ ਕਰਾ ਕੇ ਫਿਰ ਮੈਂ ਇੱਥੇ ਅਪਲੋਡ ਕਰੂੰਗਾ ਤੇ ਬੜਾ ਸੌਖਾ ਕੰਮ ਹੈ। ਤੇ ਐਡਰੈਸ ਦਿੱਤਾ ਹੋਇਆ ਜਿੱਥੇ ਆਪਾਂ ਜਾਣਾ VFS ਗਲੋਬਲ, ਤੇ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਦੱਸਣ ਦੀ ਲੋੜ ਨਹੀਂ, ਚੁੱਪ ਕਰਕੇ ਇਹ ਐਡਰੈਸ ਸਿੱਧਾ ਉਹਦੇ ਵਿੱਚ ਤੁਸੀਂ ਗੂਗਲ ਮੈਪਸ ਦੇ ਵਿੱਚ ਪਾ ਦਿਓ ਤੇ ਚੰਡੀਗੜ੍ਹ ਪਹੁੰਚ ਜਾਓਗੇ। ਚੰਡੀਗੜ੍ਹ ਪਹੁੰਚ ਕੇ ਉੱਥੇ ਆਪਣੇ ਆਪਾਂ ਫਾਈਲ ਜਮ੍ਹਾਂ ਕਰਨੀ ਹੈ ਤੇ ਇਹ ਆਪਣਾ ਕੰਪਲੀਟ ਹੋ ਚੁੱਕਿਆ ਹੈ। ਇਹ ਤੋਂ ਬਾਅਦ ਕੁਝ ਵੀ ਤੁਸੀਂ ਫਰਦਰ ਐਕਸ਼ਨ ਨਹੀਂ ਕਰਨਾ ਤੇ ਸਾਰਾ ਇਹ ਪ੍ਰੋਪਰ ਕੰਪਲੀਟ ਹੈ। ਇੱਥੇ ਆ ਕੇ ਇਹਨੂੰ ਛੱਡ ਦੇਣਾ ਤੇ ਇਹਦਾ ਪ੍ਰਿੰਟ ਆਊਟ ਲੈ ਲੈਣਾ। ਜਿਹੜਾ ਅਪਾਇੰਟਮੈਂਟ ਡਿਟੇਲ ਸੀਗੀਆਂ ਇਹਦਾ ਵੀ ਪ੍ਰਿੰਟ ਆਊਟ ਲੈ ਲਿਓ ਤੇ ਜਿਹੜਾ ਤੁਹਾਨੂੰ ਵੀਜ਼ਾ ਫਾਰਮ ਆਪਾਂ ਪਹਿਲਾਂ ਭਰਿਆ ਸੀ ਉਹਦਾ ਆਲਰੇਡੀ ਐਮਬੈਸੀ ਨੇ ਭੇਜ ਦਿੱਤਾ, ਹੁਣ ਆਪਾਂ ਚੈੱਕ ਵੀ ਕਰ ਲੈਂਦੇ ਹਾਂ। ਇੱਥੇ ਆ ਗਿਆ ਮੇਰੇ ਕੋਲੇ ਤੇ ਇੱਧਰ ਆਏ ਹੋਏ ਆ ਦੇਖੋ ਆਹ ਫਾਈਲਾਂ ਆਈਆਂ ਹੋਈਆਂ ਤੇ ਇਹਦੇ ਮੈਂ ਪ੍ਰਿੰਟ ਆਊਟ ਲੈਣੇ। ਐਮਬੈਸੀ ਨੇ ਮੈਨੂੰ ਜਿਹੜਾ ਫਾਰਮ ਭਰਿਆ ਸੀ ਆਪਾਂ ਈਮੇਲ ਕਰ ਦਿੱਤਾ ਤੇ ਇੱਥੋਂ ਆਪਾਂ ਜਿਹੜੀ ਈਮੇਲ ਆਪਾਂ ਭਰੀ ਸੀਗੀ ਉਹਦੇ ਤੇ ਤੁਹਾਨੂੰ ਈਮੇਲ ਆ ਜੂਗੀ ਤੇ ਇੱਥੋਂ ਪ੍ਰਿੰਟ ਲੈ ਲਿਓ ਇਹਦਾ, ਠੀਕ ਹੈ। ਹੁਣ ਆ ਗਿਆ ਅੱਜ ਦੇ ਵਲੌਗ ਦਾ ਸਭ ਤੋਂ ਇੰਪੋਰਟੈਂਟ ਪਾਰਟ ਕਿ ਫਾਈਲ ਦੇ ਵਿੱਚ ਕਿਹੜੇ ਕਿਹੜੇ ਡਾਕੂਮੈਂਟਸ ਲੱਗਦੇ ਆ। ਇਸ ਗੱਲ ਦਾ ਮੈਨੂੰ ਲੱਗਦਾ ਤੁਹਾਨੂੰ ਸਭ ਨੂੰ ਇੰਤਜ਼ਾਰ ਸੀਗਾ ਕਿ ਜੇ ਆਪਾਂ ਮਤਲਬ EMPLOYER ਤਾਂ ਕਿਹੜੇ ਕਾਗਜ਼ ਲੱਗਣਗੇ, ਜੇ ਆਪਾਂ ਸਟੂਡੈਂਟ ਆ ਤਾਂ ਕੀ ਲੱਗੂਗਾ। ਕਿਉਂਕਿ ਨਾ ਏਜੰਟ ਵੀ ਸਭ ਤੋਂ ਵੱਧ ਭੰਬਲ ਭੂਸਾ ਇਸੇ ਗੱਲ ਨੂੰ ਲੈ ਕੇ ਪਾਉਂਦੇ ਆ ਜਦੋਂ ਉਹ ਕਹਿੰਦੇ ਮਤਲਬ ਫਾਈਲ ਬਣਾਉਣੀ ਆ। ਫਾਈਲ ਇੱਕ ਹਊ ਆਪਣੇ ਲਈ, ਫਾਈਲ 'ਚ ਪਤਾ ਨਹੀਂ ਕੀ ਕੁਛ ਹੁੰਦਾ। ਜਿਵੇਂ ਤੁਹਾਨੂੰ ਪਿਛਲੇ ਵਲੌਗ ਦੇ ਵਿੱਚ ਦੱਸਿਆ ਸੀ ਨਾ, ਜਿਹੜਾ UK ਵੀਜ਼ਾ ਸੀਰੀਜ਼ ਦਾ ਆਪਣਾ ਪਹਿਲਾ ਪਾਰਟ ਸੀ, ਉਹਦੇ ਵਿੱਚ ਮੈਂ ਤੁਹਾਨੂੰ ਇੱਕ ਚੈੱਕਲਿਸਟ ਕੱਢ ਕੇ ਦਿੱਤੀ ਸੀ। ਜੇ ਤੁਸੀਂ ਨਹੀਂ ਦੇਖੀ ਤਾਂ ਉਹ ਦੇਖਿਓ। ਉਹ ਚੈੱਕਲਿਸਟ ਆਪੋ ਆਪਣੀ ਚੈੱਕ ਕਰਨੀ ਹੈ। ਜਦੋਂ ਵੀ ਤੁਸੀਂ ਆਪਣਾ ਵੀਜ਼ਾ ਫਾਰਮ ਅਪਲਾਈ ਕਰਨਾ ਉਹ ਚੈੱਕਲਿਸਟ ਜ਼ਰੂਰ ਦੇਖਣੀ ਹੈ। ਜੇ ਭਾਵੇਂ ਤੁਸੀਂ ਸਟੂਡੈਂਟ ਹੋ, ਭਾਵੇਂ EMPLOYE ਹੋ, ਭਾਵੇਂ ਮਤਲਬ ਬਿਜ਼ਨਸਮੈਨ ਹੋ, ਭਾਵੇਂ ਖੇਤੀ ਕਰਦੇ ਹੋ, ਜੋ ਡਾਕੂਮੈਂਟਸ ਜੋ ਇਨਫੋਰਮੇਸ਼ਨ ਤੁਸੀਂ ਆਪਣੇ ਵੀਜ਼ਾ ਫਾਰਮ ਦੇ ਵਿੱਚ ਫਿਲ ਕੀਤੀ ਹੈ ਉਹੀ ਐਮਬੈਸੀ ਨੇ ਤੁਹਾਡੇ ਤੋਂ ਮੰਗਣੀ ਹੈ। ਉਹ ਚੈੱਕਲਿਸਟ ਦੇ ਵਿੱਚ ਇੱਕ ਵਾਰ ਜ਼ਰੂਰ ਚੈੱਕ ਕਰਿਓ ਕਿ ਐਮਬੈਸੀ ਤੁਹਾਡੇ ਤੋਂ ਕੀ ਮੰਗ ਰਹੀ ਹੈ, ਉਹੀ ਡਾਕੂਮੈਂਟਸ ਤੁਹਾਡੇ ਉਹਦੇ ਵਿੱਚ ਲੱਗਣਗੇ। UK ਲਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ, ਮੈਂ ਵਿਜ਼ਟਰ ਵੀਜ਼ੇ ਦੀ ਗੱਲ ਕਰ ਰਿਹਾ ਕਿਉਂਕਿ ਆਪਾਂ ਵਿਜ਼ਟਰ ਹੀ ਅਪਲਾਈ ਕਰ ਰਹੇ ਹਾਂ। ਜੇ ਤੁਸੀਂ ਕਿਸੇ ਨੂੰ ਆਪਣੇ ਰਿਸ਼ਤੇਦਾਰ ਨੂੰ, ਭੈਣ ਭਰਾ ਨੂੰ ਜਾਂ ਕੋਈ ਵੀ ABC ਤੁਹਾਡਾ ਫਰੈਂਡ ਹੈ ਉਹਨੂੰ ਮਿਲਣ ਜਾਣਾ, ਸਭ ਤੋਂ ਜ਼ਰੂਰੀ ਹੁੰਦਾ ਸਪਾਂਸਰ। ਭਾਵੇਂ ਤੁਸੀਂ ਸਟੂਡੈਂਟ ਹੋ, ਭਾਵੇਂ ਤੁਸੀਂ EMPLOYE ਹੋ, ਭਾਵੇਂ ਤੁਹਾਡਾ ਆਪਣਾ ਬਿਜ਼ਨਸ ਹੈ, ਸਭ ਤੋਂ ਜ਼ਰੂਰੀ ਸਪਾਂਸਰ ਹੈ। ਮੈਂ ਨਹੀਂ ਕਹਿੰਦਾ ਕਿ ਸਪਾਂਸਰ ਤੋਂ ਬਿਨਾਂ ਵੀਜ਼ਾ ਨਹੀਂ ਲੱਗਦਾ। ਹੋਟਲ ਬੁਕਿੰਗ ਦੇ ਥਰੂ ਵੀ, ਫਲਾਈਟ ਬੁਕਿੰਗ ਦੇ ਥਰੂ ਵੀ ਵੀਜ਼ਾ ਲੱਗ ਜਾਂਦਾ, ਪਰ ਜੇ ਤੁਹਾਡੇ ਕੋਲ ਸਪਾਂਸਰ ਹੈਗੇ ਤਾਂ ਇੱਕ ਸੋਲਿਡ ਐਵੀਡੈਂਸ ਹੋ ਜਾਂਦਾ ਐਮਬੈਸੀ ਦੇ ਕੋਲ ਕਿ ਇਹ ਬੰਦੇ ਨੂੰ ਉਧਰੋਂ ਕਿਸੇ ਨੇ ਮਤਲਬ ਸੱਦਾ ਦਿੱਤਾ ਹੈਗਾ, ਇਹ ਉਹਦੇ ਕਰਕੇ ਜਾ ਰਹੇ। ਤੇ ਸਭ ਤੋਂ ਜ਼ਰੂਰੀ ਹੈ ਸਪਾਂਸਰ। ਉਸ ਤੋਂ ਬਿਨਾਂ ਬੈਂਕ ਸਟੇਟਮੈਂਟ ਦੇ ਵਿੱਚ ਕੋਈ ਜ਼ਰੂਰੀ ਨਹੀਂ। ਕੋਈ ਕਹਿੰਦਾ 5 ਲੱਖ ਰੱਖੋ, ਕੋਈ ਕਹਿੰਦਾ 10 ਲੱਖ ਰੱਖੋ, ਸਿਰਫ 1.5 ਲੱਖ ਰੁਪਇਆ ਮੈਂ ਬਕਾਇਦਾ ਤੁਹਾਨੂੰ ਸ਼ੋਅ ਵੀ ਕਰੂੰਗਾ, ਤੁਹਾਨੂੰ ਇਹ ਪ੍ਰੂਵ ਕਰੂੰਗਾ ਕਿ ਸਿਰਫ 1.5 ਲੱਖ ਰੁਪਏ ਦੇ ਵਿੱਚ ਮਤਲਬ ਅਸੀਂ ਵੀਜ਼ਾ ਅਪਲਾਈ ਕਰ ਰਹੇ ਹਾਂ ਤੇ ਉਹ ਆਉਂਦਾ ਜਾਂ ਨਹੀਂ ਆਉਂਦਾ। ਇਹਦੇ ਲਈ ਤੁਹਾਨੂੰ ਅਗਲੀਆਂ ਸੀਰੀਜ਼ ਦਾ ਇੰਤਜ਼ਾਰ ਕਰਨਾ ਪਊਗਾ ਕਿ ਵੀਜ਼ਾ ਆਪਣਾ ਪੋਜ਼ਿਟਿਵ ਰਹਿੰਦਾ ਜਾਂ ਨੈਗੇਟਿਵ ਰਹਿੰਦਾ। ਇਸ ਵਲੌਗ ਦੇ ਵਿੱਚ ਦੋ ਚੀਜ਼ਾਂ ਮੇਜਰ ਰੂਪ 'ਚ ਡਿਸਕਸ ਕਰਾਂਗੇ ਕਿ ਜਿਹੜਾ ਇੱਕ ਸੈਲਰੀ ਪਰਸਨ ਹੈ ਜਿਹੜਾ ਜੌਬ ਕਰਦਾ ਹੈ, ਦੂਸਰਾ ਜਿਹੜਾ ਬਿਜ਼ਨਸਮੈਨ ਹੈ, ਦੋਵਾਂ ਦੇ ਲਈ ਕੀ ਡਾਕੂਮੈਂਟਸ ਲੱਗਣਗੇ। ਤੇ ਜਿਹੜੇ ਬਾਕੀ ਦੇ ਦੋ ਆ, ਜਿਵੇਂ ਉਹਦੇ ਵਿੱਚ ਕਿਸਾਨ ਰਹਿ ਗਏ, ਤੁਸੀਂ ਐਗਰੀਕਲਚਰ ਨਾਲ ਸੰਬੰਧਿਤ ਹੋ ਜਾਂ ਭਾਵੇਂ ਤੁਸੀਂ ਸਟੂਡੈਂਟ ਹੋ, ਮੈਂ ਤੁਹਾਨੂੰ ਵਰਬਲੀ ਦੱਸ ਦੇਣਾ। ਜੇ ਤੁਸੀਂ ਮਤਲਬ ਖੇਤੀ ਕਰਦੇ ਹੋ ਤਾਂ ਤੁਹਾਡੇ ਜਿਹੜੇ ਫਾਰਮ ਲੱਗਣਗੇ, ਜਿਵੇਂ ਆਪਾਂ J ਫਾਰਮ ਕਹਿ ਦਿੰਦੇ ਆ, ਜਿਵੇਂ ਆਪਾਂ ਫਸਲ ਵੇਚਦੇ ਆ, ਜਿਹੜੀ ਆਪਾਂ ਹਾੜੀ ਸੌਣੀ ਆਪਣੀ ਫਸਲ ਵੇਚੀ ਹੈ ਉਹ ਜ਼ਰੂਰ ਲੱਗਣੀ ਹੈ। ਉਹਦੇ ਜਿਹੜੇ ਬਿੱਲ ਹੋਣਗੇ ਉਹਦੇ ਬਿੱਲ ਲੱਗਣਗੇ, ਤੁਸੀਂ ਕਿੰਨੀ ਫਸਲ ਵੇਚੀ ਹੈ, ਤੁਹਾਡੇ ਕੋਲ ਕਿੰਨੀ ਇਨਕਮ ਆਈ ਆ, ਉਹ ਤੁਹਾਡੇ ਅਕਾਊਂਟ ਦੇ ਵਿੱਚ ਸ਼ੋਅ ਹੁੰਦੀ ਹੋਵੇ, ਜਸਟੀਫਾਈ ਹੁੰਦੀ ਹੋਵੇ ਕਿ ਇਹ ਵਾਕਈ ਇਹੀ ਹੈ, ਠੀਕ ਹੈ। ਉਸ ਤੋਂ ਬਿਨਾਂ ਜੇ ਤੁਸੀਂ ITR ਨਹੀਂ ਭਰਦੇ ਕੋਈ ਗੱਲ ਨਹੀਂ, ਜ਼ਰੂਰੀ ਨਹੀਂ, ਕਿਉਂਕਿ ਖੇਤੀ ਦੇ ਉੱਤੇ ਮਤਲਬ ਇਹ ਟੈਕਸ ਕਿਸੇ ਤਰ੍ਹਾਂ ਦਾ ਨਹੀਂ ਹੈਗਾ। ਜੇ ਭਰਦੇ ਹੋ ਤਾਂ ਉਹ ਨਾਲ ਲਾ ਦਿਓ। ਸਟੂਡੈਂਟ ਦੇ ਲਈ ਜਿਹੜਾ ਮੇਜਰ ਰੂਪ 'ਚ ਮੈਂ ਤੁਹਾਨੂੰ ਦੱਸਾਂ ਕਿ ਤੁਹਾਡੇ ਸਟੂਡੈਂਟ ਦੀ ID ਜ਼ਰੂਰ ਲੱਗਣੀ ਹੈ ਤੇ ਇਸ ਤੋਂ ਬਿਨਾਂ ਤੁਹਾਡੇ ਜਿਹੜਾ ਕਾਲਜ ਹੈ ਜਾਂ ਯੂਨੀਵਰਸਿਟੀ ਹੈ ਉਹਦੇ ਵੱਲੋਂ ਇੱਕ ਮਤਲਬ ਲੈਟਰ ਹੁੰਦਾ ਹੈਗਾ, NOC ਬੋਲ ਦਿੰਦੇ ਨੂੰ, NOC ਜ਼ਰੂਰੀ ਹੈ, ਉਹ ਤੋਂ ਬਿਨਾਂ ਵੀਜ਼ਾ ਨਹੀਂ ਮਿਲਦਾ, ਉਹ ਮਸਟ ਹੈ, ਉਹ ਚਾਹੀਦੀ ਹੈ। ਤੇ ਬਿਜ਼ਨਸਮੈਨ ਲਈ ਜਾਂ ਫਿਰ ਮਤਲਬ ਜਿਹੜਾ ਬੰਦਾ ਜੌਬ ਕਰਦਾ ਉਹਦੇ ਲਈ ਮੈਂ ਤੁਹਾਨੂੰ ਦੋ ਡਾਕੂਮੈਂਟ ਸ਼ੋਅ ਕਰ ਦੂੰਗਾ। ਇਹ ਦੋ ਡਾਕੂਮੈਂਟ ਹੈ, ਇਹਨੂੰ ਤੁਸੀਂ ਦੇਖ ਲਿਓ ਤੇ ਇਹਦੇ ਵਿੱਚ ਕੀ ਕੀ ਚੀਜ਼ਾਂ ਇਹ ਤੁਸੀਂ ਆਪਣਾ ਚੈੱਕ ਕਰ ਲਿਓ। ਇਹ ਬਿਜ਼ਨਸਮੈਨ ਲਈ ਲੱਗਣੀ ਹੈ ਤੇ ਜਿਹੜਾ ਸੈਲਰੀਡ ਪਰਸਨ ਆ, ਭਾਵੇਂ ਤੁਸੀਂ ਪ੍ਰਾਈਵੇਟ ਜੌਬ ਕਰਦੇ ਹੋ, ਭਾਵੇਂ ਤੁਸੀਂ ਮਤਲਬ ਗਵਰਨਮੈਂਟ ਜੌਬ ਕਰਦੇ ਹੋ, ਦੋਵਾਂ ਦੇ ਲਈ ਸੇਮ ਪ੍ਰੋਸੈਸ ਰਹਿਣਾ ਹੈਗਾ, ਠੀਕ ਹੈ। ਤੇ ਸਭ ਤੋਂ ਜਿਹੜਾ ਇੰਪੋਰਟੈਂਟ ਹੁੰਦਾ ਮਤਲਬ ਉਹ ਸਪਾਂਸਰ ਹੈ। ਸਪਾਂਸਰ ਹਰ ਇੱਕ ਦੇ ਨਾਲ ਲੱਗਣੀ ਹੈ। ਮੈਂ ਨਹੀਂ ਕਹਿੰਦਾ ਮਤਲਬ ਵੀ ਸਪਾਂਸਰ ਤੋਂ ਬਿਨਾਂ ਵੀਜ਼ਾ ਨਹੀਂ ਮਿਲਦਾ, ਦੁਬਾਰਾ ਮੈਂ ਇਹ ਫਿਰ ਗੱਲ ਕਹਿ ਰਿਹਾ।
ਇਹਨੂੰ ਏਜੰਟ ਹੈ ਜਿਹੜੇ ਉਹ ਫਾਈਲ ਕਹਿੰਦੇ ਹੁੰਦੇ। ਇਹ ਬਸ ਇੰਨੇ ਕ ਕਾਗਜ਼ ਹੈ, ਸਿਰਫ ਇਸ ਦਾ ਉਹ 25-30 ਹਜ਼ਾਰ ਰੁਪਇਆ ਲੈ ਜਾਂਦੇ ਆ। ਇਹ ਸੀਰੀਜ਼ ਬੋਰਿੰਗ ਜ਼ਰੂਰ ਹੋਊਗੀ ਕਿਉਂਕਿ ਸਿਰਫ ਤੇ ਸਿਰਫ ਮਤਲਬ ਮੈਂ ਤੁਹਾਨੂੰ ਇੱਕ ਕਮਰੇ 'ਚ ਬੈਠਾ ਸਾਰਾ ਕੁਝ ਦਿਖਾ ਰਿਹਾ, ਤੁਹਾਨੂੰ ਬਾਹਰ ਆਊਟਲੁੱਕ 'ਚ ਕੁਝ ਦਿਖਾ ਨਹੀਂ ਰਿਹਾ। ਤੇ ਬਟ ਇਹ ਤੁਹਾਡੇ ਮਤਲਬ ਤੁਹਾਡੇ ਲਈ ਮੇਰਾ ਸੀਰੀਜ਼ ਬਣਾਉਣ ਦਾ ਮੇਨ ਮਕਸਦ ਇਹ ਸੀ ਕਿਉਂਕਿ ਇਹ ਬੜਾ ਇੰਪੋਰਟੈਂਟ ਹੈ। ਤੁਸੀਂ ਆਪਣੇ ਘਰ ਬੈਠੇ ਮਤਲਬ ਵੀਜ਼ਾ ਅਪਲਾਈ ਕਰ ਸਕਦੇ ਹੋ ਜਿਹੜਾ ਕੁਛ ਤੁਹਾਨੂੰ ਪਤਾ ਹੈ, ਠੀਕ ਹੈ। ਇਹਦੇ ਵਿੱਚ ਆ ਸਪਾਂਸਰ ਹੈ, ਸਭ ਤੋਂ ਪਹਿਲਾਂ ਇਹ ਸਪਾਂਸਰ ਆ ਜਾਂਦੀ ਹੈ। ਸਪਾਂਸਰ ਦੇ ਵਿੱਚ ਕੀ ਹੁੰਦਾ, ਇੱਕ ਤਾਂ ਡਿਕਲੇਰੇਸ਼ਨ ਲੈਟਰ ਹੈ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ, ਡਿਕਲੇਰੇਸ਼ਨ। ਤੇ ਇਸ ਤੋਂ ਬਿਨਾਂ ਇਹਦੇ ਵਿੱਚ ਬੈਂਕ ਸਟੇਟਮੈਂਟ, ਮੇਰੀ ਸਿਸਟਰ ਦਾ ਮੈਂ ਤੁਹਾਨੂੰ ਹਾਫ ਦਿਖਾਦਾ, ਮੇਰੀ ਸਿਸਟਰ ਦਾ ਪਾਸਪੋਰਟ ਹੈ ਇਹਦੇ ਵਿੱਚ, ਤੇ ਪਾਸਪੋਰਟ ਉਹਨਾਂ ਦਾ ਨਾਲ ਲੱਗਦਾ ਹੁੰਦਾਗਾ। ਇਹ ਤੋਂ ਬਿਨਾਂ ਮਤਲਬ ਉਹਨਾਂ ਦੀ ਬੈਂਕ ਸਟੇਟਮੈਂਟ ਹੁੰਦੀ ਹੈ। ਇਹ ਪਿੱਛੇ ਬੈਂਕ ਸਟੇਟਮੈਂਟ ਆ ਗਈ, ਉਹ ਕੀ ਜੌਬ ਕਰਦੇ ਆ, ਠੀਕ ਹੈ। ਇਸ ਤੋਂ ਬਿਨਾਂ ਇਹਦੇ ਵਿੱਚ ਆ ਜਾਂਦੇ ਉਹਨਾਂ ਦੇ ਹਾਊਸ ਰੈਂਟ, ਉਹਨਾਂ ਦਾ ਜਿਹੜਾ ਘਰ ਹੈ ਜੇ ਹੈਗਾ ਕਿਰਾਏ ਤੇ ਕਿੱਥੇ ਰਹਿੰਦੇ, ਉਹਨਾਂ ਦੇ ਇਲੈਕਟ੍ਰਿਸਿਟੀ ਬਿੱਲ ਵਗੈਰਾ, ਉਹ ਸਾਰਾ ਕੁਝ ਇਹਦੇ ਵਿੱਚ ਸਪਾਂਸਰ ਦੇ ਵਿੱਚ ਲੱਗਦਾ ਹੁੰਦਾ ਹੈ। ਇੱਕ ਗੱਲ ਇੰਪੋਰਟੈਂਟ ਰਹੇਗੀ, ਇਹ ਹੈਗਾ ਕਵਰ ਲੈਟਰ। ਕਵਰ ਲੈਟਰ ਬੜਾ ਇੰਪੋਰਟੈਂਟ ਹੈ ਕਿ ਏਜੰਟ ਕਹਿੰਦੇ ਨੇ ਕਿ ਕਵਰ ਲੈਟਰ ਹੁੰਦਾ ਜੀ ਜਿਹੜਾ ਉਹਦੇ ਤੇ ਵੀਜ਼ਾ ਖੜਾ ਹੁੰਦਾ, ਕਿ ਕਵਰ ਲੈਟਰ ਕੀ ਹੁੰਦਾ, ਉਹਦੇ ਨਾਲ ਵੀਜ਼ਾ ਲੱਗਦਾ, ਉਹਦੇ ਤੋਂ ਬਿਨਾਂ ਵੀਜ਼ਾ ਨਹੀਂ ਲੱਗਦਾ ਹਨ। ਇਹ ਕਵਰ ਲੈਟਰ ਇਹ ਵੀ ਮੈਂ ਤੁਹਾਨੂੰ ਸ਼ੋਅ ਕਰ ਦੂੰਗਾ। ਇਹਦੇ ਵਿੱਚ ਸਿਰਫ ਤੇ ਸਿਰਫ ਤੁਸੀਂ ਜਸਟੀਫਿਕੇਸ਼ਨ ਦੇਣੀ ਹੈ ਆਪਣੀ ਯੂਕੇ ਜਾਣ ਦੀ, ਕਿ ਤੁਸੀਂ ਯੂਕੇ ਕਿਉਂ ਜਾ ਰਹੇ ਹੋ, ਕਿਹਨੂੰ ਮਿਲਣ ਜਾ ਰਹੇ ਹੋ, ਕੀ ਤੁਹਾਡਾ ਸਿਰਫ ਐਪਲੀਕੇਸ਼ਨ ਹੁੰਦੀ ਹੈ। ਜਿਵੇਂ ਆਪਾਂ ਛੋਟੇ ਹੁੰਦੇ ਸਕੂਲ 'ਚ ਅਰਜੀ ਲਿਖਦੇ ਹੁੰਦੇ ਸੀ ਨਾ ਪ੍ਰਿੰਸੀਪਲ ਨੂੰ ਜਾਂ ਹੈਡ ਟੀਚਰ ਨੂੰ, ਉਸ ਤੋਂ ਬਿਨਾਂ ਕੁਝ ਵੀ ਨਹੀਂ ਹੈਗਾ। ਇਹ ਇੱਕ ਜਿਹੜਾ ਐਮਬੈਸੀ ਅਫਸਰ ਹੈ, ਠੀਕ ਹੈ, ਐਮਬੈਸਡਰ ਹੈ, ਉਹਨੂੰ ਤੁਸੀਂ ਆਪਣੀ ਅਰਜੀ ਦੇਣੀ ਹੈ, ਬਸ ਇਸੇ ਨੂੰ ਕਵਰ ਲੈਟਰ ਕਹਿੰਦੇ ਆ। ਐਵੇਂ ਬੁੱਧੂ ਬਣਾਉਂਦੇ ਏਜੰਟ, ਇਹਦੇ ਵਿੱਚ ਕੱਖ ਵੀ ਨਹੀਂ। ਤੁਸੀਂ ਜਿਵੇਂ ਮੈਂ ਆ ਲਿਖਿਆ ਹੋਇਆ ਹੂਬਹੂ ਇਹਨੂੰ ਕਾਪੀ ਕਰ ਲਿਓ, ਭਾਵੇਂ ਇਹਨੂੰ ਕਾਪੀ ਪੇਸਟ ਕਰਕੇ ਇੱਥੇ ਆਪਣਾ ਪਾਸਪੋਰਟ ਨੰਬਰ ਪਾ ਦਿਓ ਤੇ ਨੇਮ ਚੇਂਜ ਕਰ ਦਿਓ। ਇਹ ਤੁਹਾਨੂੰ ਵੈਸੇ ਇੱਕ ਫਾਈਲ ਸ਼ੋਅ ਕਰ ਰਿਹਾ, ਇੱਕ ਫਾਈਲ ਦੇ ਵਿੱਚ ਕੀ ਕੀ ਚੀਜ਼ਾਂ ਹੁੰਦੀਆਂ, ਠੀਕ ਹੈ। ਜਿਹੜਾ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਮੈਂ ਤੁਹਾਨੂੰ ਸਟੇਟਮੈਂਟ ਸ਼ੋਅ ਕਰੂੰਗਾ, ਇਹ ਪ੍ਰਾਪਰਟੀ ਵੈਲਿਊਏਸ਼ਨ ਦਾ ਤੁਹਾਡੇ ਕੋਲ ਕਿੰਨੀ ਪ੍ਰਾਪਰਟੀ ਹੈ, ਮਤਲਬ ਪ੍ਰਾਪਰਟੀ ਦੇ ਕਾਗਜ਼ ਨੇ। ਤੇ ਤੁਹਾਨੂੰ ਦੱਸਿਆ ਸੀ ਮੈਂ 1.5 ਲੱਖ ਦੇ ਆਪਾਂ ਸਿਰਫ ਵੀਜ਼ਾ ਅਪਲਾਈ ਕਰਾਂਗੇ। ਮੈਂ ਤੁਹਾਨੂੰ ਉਹ ਸ਼ੋਅ ਕਰਨਾ ਇਸ ਅਕਾਊਂਟ ਦੇ ਵਿੱਚ ਜਿਹੜੇ ਪੈਸੇ ਆ, ਇਹ ਮੈਂ ਤੁਹਾਨੂੰ ਸ਼ੋਅ ਕਰਦਾ। 1,60,000 ਰੁਪਏ ਇਸ ਅਕਾਊਂਟ ਦੇ ਵਿੱਚ, 1,60,000 ਰੁਪਏ, ਸਿਰਫ 1,59,000 ਰੁਪਏ ਇਹਦੇ ਤੇ ਆਪਾਂ ਵੀਜ਼ਾ ਅਪਲਾਈ ਕਰਾਂਗੇ, 1,59,000 ਰੁਪਏ ਤੇ। ਇਹ ਤੋਂ ਬਿਨਾਂ 5 ਪੈਸਿਆਂ ਦੇ ਮਤਲਬ ਜ਼ਿਆਦਾ ਨਹੀਂ, ਕੋਈ ਐਫਡੀ ਨਹੀਂ ਲਾ ਰਿਹਾ ਮੈਂ, ਕੋਈ ਕੁਝ ਵੀ ਨਹੀਂ ਲਾ ਰਿਹਾ, ਠੀਕ ਹੈ। ਤੇ ਸਿਰਫ ਇਹਦੇ ਤੇ ਵੀਜ਼ਾ ਅਪਲਾਈ ਕਰਾਂਗੇ। ਹੁਣ ਤੁਸੀਂ ਅਗਲੇ ਵਲੌਗ ਦਾ ਕਰਿਓ ਇੰਤਜ਼ਾਰ। ਅਗਲੇ ਵਲੌਗ ਦੇ ਵਿੱਚ ਆਪਾਂ ਜਾਵਾਂਗੇ ਐਮਬੈਸੀ ਫਾਈਲ ਲਾਉਣ ਦੇ ਲਈ, ਤੇ ਆਪਾਂ ਦੇਖਦੇ ਹਾਂ ਐਮਬੈਸੀ ਆਪਾਂ ਨੂੰ ਵੀਜ਼ਾ ਦਿੰਦੀ ਹੈ ਜਾਂ ਨਹੀਂ ਦਿੰਦੀ, ਕਿਉਂਕਿ ਆਪਾਂ ਫਾਈਲ ਆਪਣੀ ਘਰ ਤਿਆਰ ਕੀਤੀ ਹੈ। ਇਹਦੇ ਵਿੱਚ ਕੀ ਕੀ ਨੁਕਸ ਕੱਢਦੀ ਹੈ ਜਾਂ ਇਹਨਾਂ ਕਾਗਜ਼ਾਂ ਨੂੰ ਅਪਰੂਵ ਕਰਦੀ ਹੈ, ਕਿਉਂਕਿ ਫਾਈਲ ਬਿਲਕੁਲ ਛੋਟੀ ਜੀ ਹੈ। ਤੁਹਾਨੂੰ ਵੀ ਲੱਗਦਾ ਹੋਣਾ ਪਤਾ ਨਹੀਂ ਵੀ ਇਹਦੇ ਨਾਲ ਪੋਜ਼ਿਟਿਵ ਰਿਜ਼ਲਟ ਆਉਣਗੇ ਜਾਂ ਨੈਗੇਟਿਵ ਆਉਣਗੇ, ਵੀਜ਼ਾ ਆਊਗਾ ਜਾਂ ਨਹੀਂ ਆਊਗਾ। ਤੇ ਉਹ ਆਪਾਂ ਨੈਕਸਟ ਆਉਣ ਵਾਲੇ ਵਲੌਗਾਂ ਦੇ ਵਿੱਚ ਦੇਖਾਂਗੇ ਕਿ ਵੀਜ਼ਾ ਸਾਨੂੰ ਘਰ ਬੈਠੇ ਨੂੰ ਆਉਂਦਾ ਜਾਂ ਨਹੀਂ ਆਉਂਦਾ। ਜੇ ਆਉਂਦਾ ਤਾਂ ਤੁਹਾਡੇ ਸਾਰਿਆਂ ਦੇ ਸਾਹਮਣੇ, ਜੇ ਮਤਲਬ ਨੈਗੇਟਿਵ ਆਇਆ ਤਾਂ ਵੀ ਆਪਾਂ ਵਲੌਗ ਕਰਾਂਗੇ, ਉਹਦੇ ਵਿੱਚ ਮੈਂ ਤੁਹਾਨੂੰ ਸ਼ੋਅ ਕਰੂੰਗਾ ਬੜੀ ਇਮਾਨਦਾਰੀ ਦੇ ਨਾਲ ਕਿ ਵੀਜ਼ਾ ਕਿਉਂ ਨਹੀਂ ਆਇਆ, ਕੀ ਰਿਫਿਊਜ਼ਲ ਦੇ ਚਾਂਸਸ ਨੇ, ਕਿਉਂ ਮਤਲਬ ਉਹਦੇ ਵਿੱਚ ਕੀ ਰੀਜ਼ਨ ਹੋ ਸਕਦੇ ਨੇ। ਸੋ ਤਦ ਤੱਕ ਤੁਸੀਂ ਮਤਲਬ ਸਾਡੇ ਵਲੌਗ ਦੇਖ ਕੇ ਤੁਸੀਂ ਆਪਣੇ ਕਾਫੀ ਸਾਰੇ ਪੈਸੇ ਬਚਾ ਸਕਦੇ ਹੋ, ਜਿਹੜਾ ਕਿ ਵਲੌਗ ਬਣਾਉਣ ਦਾ ਮੇਨ ਮਕਸਦ ਸੀਗਾ ਕਿ ਤੁਸੀਂ ਘਰ ਬੈਠੇ ਕਿਵੇਂ ਵੀਜ਼ਾ ਅਪਲਾਈ ਕਰ ਸਕਦੇ ਹੋ, ਕੀ ਤੁਹਾਡੇ ਡਾਕੂਮੈਂਟਸ ਲੱਗਣਗੇ। ਇਹ ਸਾਰਾ ਕੁਝ ਆਪਾਂ ਅੱਜ ਦੇ ਵਲੌਗ 'ਚ ਕਲੀਅਰ ਕੀਤਾ। ਫਿਰ ਵੀ ਜੇ ਤੁਹਾਨੂੰ ਨਹੀਂ ਕੁਝ ਸਮਝ ਆਇਆ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਛੱਡ ਸਕਦੇ ਹੋ। ਜੇ ਤੁਹਾਡਾ ਕੋਈ ਵੀ ਕੁਐਸਚਨ ਹੈ ਈਮੇਲ ਕਰ ਸਕਦੇ ਹੋ, ਸਾਡੀ ਇਸ ਅਕਾਊਂਟ ਦੀ YouTube ਦੀ ਈਮੇਲ ਵੀ ਦਿੱਤੀ ਹੋਈ ਹੈ। ਇਸ ਤੋਂ ਬਿਨਾਂ ਇੰਸਟਾਗ੍ਰਾਮ ਤੇ ਜਾਂ ਫੇਸਬੁੱਕ ਤੇ ਪੰਜਾਬੀ ਟਰੈਵਲ ਕਪਲ ਦੇ ਨਾਮ ਤੇ ਮਤਲਬ ਤੁਸੀਂ ਫੋਲੋ ਕਰ ਲਿਓ, ਤੇ ਉੱਥੇ ਸਾਨੂੰ ਇਨਬਾਕਸ ਕਰ ਦਿਓ, ਉੱਥੇ ਵੀ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ। ਵੈਸੇ ਪੂਰਾ ਮੈਂ ਮਤਲਬ ਕਲੀਅਰ ਕੀਤਾ ਇਸ ਵਲੌਗ ਦੇ ਵਿੱਚ। ਫਿਰ ਵੀ ਜੇ ਕੁਝ ਰਹਿ ਗਿਆ ਹੋਵੇ ਤਾਂ ਮੈਨੂੰ ਮਤਲਬ ਤੁਹਾਡੇ ਕਮੈਂਟਸ ਦਾ ਜਾਂ ਤੁਹਾਡੇ ਕੁਐਸਚਨਸ ਦਾ ਇੰਤਜ਼ਾਰ ਰਹੂਗਾ। ਤੇ ਆਪਾਂ ਚੰਡੀਗੜ੍ਹ ਮਿਲਾਂਗੇ ਹੁਣ ਨੈਕਸਟ ਵਲੌਗ ਦੇ ਵਿੱਚ, ਤੇ ਦੇਖਦੇ ਹਾਂ। ਵੀਜ਼ੇ ਲਈ ਪੋਜ਼ਿਟਿਵ ਰਹਿਣਾ ਹੈਗਾ, ਤੇ ਮੈਂ ਤਾਂ ਫੁੱਲ ਪੋਜ਼ਿਟਿਵ ਹਾਂ। ਤੁਹਾਨੂੰ ਕੀ ਲੱਗਦਾ ਕਿ ਵੀਜ਼ਾ ਆਊਗਾ ਜਾਂ ਨਹੀਂ ਆਊਗਾ, ਉਹ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸ ਦਿਓ, ਤੇ ਮੈਂ ਤੁਹਾਡਾ ਇੰਤਜ਼ਾਰ ਕਰੂੰਗਾ। ਮਿਲਦੇ ਹਾਂ ਆਪਾਂ। ਸਤਿ ਸ਼੍ਰੀ ਅਕਾਲ।